एवरीवन वेलकम और वेलकम बैक टू माई चैनल बी ए ਸਮੈਸਟਰ 5 ਹਿਸਟਰੀ ਆਫ ਦਾ ਵਰਲਡ ਆਪਾਂ ਸਟਾਰਟ ਕੀਤਾ ਹੋਇਆ ਹੈ ਜਿਸ ਦੇ ਵਿੱਚ ਆਪਾਂ ਰਿਨਾਇਸੈਂਸ ਪੀਰੀਅਡ ਰਿਫੋਰਮੇਸ਼ਨ ਪੀਰੀਅਡ ਅਤੇ ਫ੍ਰੈਂਚ ਰੈਵੋਲੂਸ਼ਨ ਕਰ ਚੁੱਕੇ ਹਾਂ। ਅੱਜ ਦਾ ਆਪਣਾ 4th ਟੌਪਿਕ ਸਟਾਰਟ ਹੋ ਗਿਆ ਨੈਪੋਲੀਅਨ ਬੋਨਾਪਾਰਟ ਦਾ ਜੀਵਨ। ਬਹੁਤ ਹੀ ਇੰਪੋਰਟੈਂਟ ਬਹੁਤ ਹੀ ਇੰਟਰਸਟਿੰਗ ਹੈ। ਸੋ ਮਾਨ ਸਰ ਦੀ ਬੁੱਕ ਮੈਂ ਫੋਲੋ ਕਰ ਰਹੀ ਹਾਂ। ਅਗਰ ਤੁਸੀਂ ਚਾਹੋ ਤਾਂ ਐਗਜ਼ਾਮੀਨੇਸ਼ਨ ਮਾਸਟਰ ਤੋਂ ਵੀ ਪੜ੍ਹ ਸਕਦੇ ਹੋ। ਠੀਕ ਹੈ, ਲਿੰਕ ਜਿਹੜਾ ਹੈਗਾ ਸਾਰੀ ਵੀਡੀਓਜ਼ ਦਾ ਮੈਂ ਪਿਨ ਕਰ ਦਾਂਗੀ ਅਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਫੋਲੋ ਕਰ ਲਿਓ। ਉੱਥੇ ਸਾਰਾ ਐਗਜ਼ਾਮੀਨੇਸ਼ਨ ਮਾਸਟਰ ਹੋ ਗਿਆ ਜਾਂ ਕੋਈ ਵੀ ਨੋਟਸ ਹੋ ਗਿਆ ਮੈਂ ਉੱਥੇ ਪਾਉਂਦੀ ਰਹਿੰਦੀ ਹਾਂ। ਇੰਸਟਾਗ੍ਰਾਮ ਅਕਾਊਂਟ ਵੀ ਹੈ ਮੇਰਾ, ਉਸ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਠੀਕ ਹੈ, ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਨੈਪੋਲੀਅਨ ਬੋਨਾਪਾਰਟ ਦਾ ਜੀਵਨ। ਫਸਟ ਆਫ ਆਲ ਤਾਂ ਨੈਪੋਲੀਅਨ ਜਿਹੜਾ ਸੀ ਦੁਨੀਆ ਦੇ ਪ੍ਰਸਿੱਧ ਸੈਨਾਪਤੀਆਂ ਦੇ ਵਿੱਚੋਂ ਇੱਕ ਸੀ। ਫਰਾਂਸ ਦਾ ਹੀ ਇਤਿਹਾਸ ਦੇ ਵਿੱਚ ਉਸਦੀ ਪ੍ਰਸਿੱਧੀ ਨਹੀਂ ਹੋਈ, ਸਗੋਂ ਵਿਸ਼ਵ ਦੇ ਇਤਿਹਾਸ ਦੇ ਵਿੱਚ ਵੀ ਉਸਦਾ ਸਥਾਨ ਹੈ। ਉਸਦਾ ਜਨਮ ਉਸ ਸਮੇਂ ਹੋਇਆ ਜਦੋਂ ਫਰਾਂਸ ਬੁਰੀ ਤਰ੍ਹਾਂ ਸੰਕਟ 'ਚ ਫਸਿਆ ਹੋਇਆ ਸੀ। ਉਹ ਤਾਂ ਖੁਦ ਆਖਦਾ ਸੀ, ਬੋਨਾਪਾਰਟ ਕੀ ਆਖਦਾ ਸੀ ਕਿ ਮੇਰਾ ਜਨਮ ਉਸ ਸਮੇਂ ਹੋਇਆ ਜਦੋਂ ਮੇਰਾ ਦੇਸ਼ ਮਾਰਿਆ ਸੀ। ਤਾਂ ਇਹ ਉਸਦਾ ਕੋਟ ਹੈਗਾ। ਠੀਕ ਹੈ, ਤੁਸੀਂ ਕੋਮਾਸ ਦੇ ਵਿੱਚ ਹੀ ਲਿਖ ਕੇ ਆਉਣਾ। ਜਨਮ ਅਤੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਨੈਪੋਲੀਅਨ ਦਾ ਜਿਹੜਾ ਜਨਮ ਸੀ 15 ਅਗਸਤ, ਜਦੋਂ ਆਪਣੇ ਭਾਰਤ ਦੀ ਆਜ਼ਾਦੀ ਹੋਈ ਸੀ 15 ਅਗਸਤ। ਠੀਕ ਹੈ, ਸੋ ਇਹ ਤੁਹਾਨੂੰ ਯਾਦ ਰਹੂਗਾ। 1769 ਯਾਨੀ ਕਿ ਫ੍ਰੈਂਚ ਰੈਵੋਲੂਸ਼ਨ ਤੋਂ 20 ਸਾਲ ਪਹਿਲਾਂ ਉਸਦਾ ਜਨਮ ਹੋਇਆ ਸੀ ਕੋਰਸਿਕਾ ਦੇ ਵਿੱਚ, ਅਤੇ ਕੋਰਸਿਕਾ ਟਾਪੂ ਦੇ ਨਗਰ ਐਜ਼ਾਕਿਓ ਦੇ ਵਿੱਚ ਹੋਇਆ ਸੀ। ਉਸਦੇ ਵੱਡੇ ਵਡੇਰੇ ਦਾਦੇ ਪੜਦਾਦੇ ਇਟਲੀ 'ਚ ਰਹਿੰਦੇ ਸੀ, ਲੇਕਿਨ ਉਹ ਕੁਝ ਕੁ ਸਦੀਆਂ ਤੋਂ ਪਹਿਲਾਂ ਜਿਹੜਾ ਸੀ ਕੋਰਸਿਕਾ ਦੇ ਵਿੱਚ ਰਹਿ ਰਹੇ ਸੀਗੇ। ਉਸਦੇ ਪਾਪਾ ਦਾ ਨਾਮ ਜਿਹੜਾ ਸੀ ਚਾਰਲਸ ਬੋਨਾਪਾਰਟ ਸੱਚੇ ਸੁੱਚੇ ਦੇਸ਼ ਭਗਤ ਸੀ। ਕੁਲੀਨ ਵਰਗ ਦੇ ਨਾਲ ਸੰਬੰਧ ਸੀ, ਛੋਟੇ ਕੁਲੀਨ ਵਰਗ ਨਾਲ। ਠੀਕ ਹੈ, ਬਹੁਤ ਸਾਰੇ ਗੁਣ ਉਹਨਾਂ ਦੇ ਅੰਦਰ ਸੀ। ਅਤੇ ਨੈਪੋਲੀਅਨ ਦੀ ਮਾਤਾ ਦਾ ਨਾਮ ਸੀ ਲੈਤੀਜ਼ੀਆ ਰੋਮੋਲੀਨੋ, ਤੇ ਬਹੁਤ ਘੱਟ ਪੜ੍ਹੀ ਹੋਈ ਸੀ, ਸੁੰਦਰ ਸੀ, ਬਹੁਤ ਉੱਚੇ ਆਚਰਣ ਵਾਲੀ ਸੀ। ਉਹਦੇ ਪਾਪਾ ਮੰਮੀ ਦੇ 8 ਬੱਚੇ ਸੀ, ਜਿਨ੍ਹਾਂ ਵਿੱਚੋਂ ਦੂਜੇ ਨੰਬਰ ਦੇ ਉੱਤੇ ਨੈਪੋਲੀਅਨ ਸੀ। ਇਹ ਆਖਿਆ ਜਾਂਦਾ ਹੈ ਕਿ ਨੈਪੋਲੀਅਨ ਦਾ ਜਿਹੜਾ ਨਾਮ ਹੈ, ਨਾਓ ਦਾ ਮਤਲਬ ਉਰੇ ਨਾਮ ਹੈ। ਠੀਕ ਹੈ, ਨੈਪੋਲੀਅਨ ਦਾ ਜਿਹੜਾ ਨੇਮ ਹੈ ਇੱਕ ਅਗਿਆਤ ਸਾਧੂ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀ। ਕੋਈ ਸਾਧੂ ਦਾ ਨਾਮ ਸੀ ਤਾਂ ਉਸ ਦੇ ਨਾਮ ਨੂੰ ਦੇਖ ਕੇ ਹੀ ਨੈਪੋਲੀਅਨ ਦਾ ਨਾਮ ਰੱਖਿਆ ਗਿਆ। ਅਤੇ ਉਸ ਸਾਧੂ ਦਾ ਜਨਮ ਦਿਨ ਵੀ 15 ਅਗਸਤ ਨੂੰ ਜਿਹੜਾ ਹੈ ਮਨਾਇਆ ਜਾਂਦਾ। ਤਾਂ ਇਹਨਾਂ ਨੇ ਜਿਹੜਾ ਹੈ ਨੈਪੋਲੀਅਨ ਦਾ ਨਾਮ ਉਸ ਦੇ ਪਿੱਛੇ ਰੱਖਿਆ ਸੀਗਾ। ਬਚਪਨ ਤੋਂ ਹੀ ਜਿਹੜਾ ਆਪਾਂ ਸੁਣਿਆ ਜਿਹੜੀਆਂ ਵੀ ਕਹਾਣੀਆਂ ਮੈਨੇ, ਤਾਂ ਇਹ ਬਹੁਤ ਹੀ ਜ਼ਿਆਦਾ ਗੁਣਵਾਨ ਸੀ, ਸਾਹਸੀ ਸੀ ਅਤੇ ਮਿਹਨਤੀ ਸੀ। ਅਤੇ ਬਾਕੀ ਭੈਣ ਭਰਾਵਾਂ ਤੋਂ ਕਿਤੇ ਵੱਧ ਉਹ ਯੋਗਤਾ ਸੀ ਉਹਦੇ ਅੰਦਰ। ਬਚਪਨ ਤੋਂ ਹੀ ਉਹ ਲੜਾਈਆਂ ਦੀਆਂ ਕਹਾਣੀਆਂ ਸੁਣਨ ਦਾ ਸ਼ੌਂਕ ਸੀ ਉਸਨੂੰ। ਸੈਨਿਕਾਂ ਦੀਆਂ ਲੜਾਈਆਂ ਸੁਣ ਕੇ ਉਹਨੂੰ ਬੜੀ ਖੁਸ਼ੀ ਹੁੰਦੀ ਸੀ। ਛੋਟੀ ਉਮਰ ਦੇ ਵਿੱਚ ਹੀ ਉਹ ਆਪਣੇ ਜਿਹੜੇ ਬੱਚੇ ਨਾਲ ਦੇ ਹੁੰਦੇ ਸੀ 2 ਟੋਲੀਆਂ ਬਣਾ ਲੈਂਦਾ ਸੀ, ਝੂਠ ਮੂਠ ਦੀਆਂ ਲੜਾਈਆਂ ਲੜਦਾ ਸੀ। ਅਤੇ ਇੰਨੀਆਂ ਲੜਾਈਆਂ ਦਿਲਚਸਪ ਹੁੰਦੀਆਂ ਸੀ ਕਿ ਲੋਕ ਖੜੇ ਹੋ ਕੇ ਉਹਨਾਂ ਨੂੰ ਦੇਖਦੇ ਸੀ। ਤਾਂ ਨੈਪੋਲੀਅਨ ਖੁਦ ਵੀ ਕਹਿੰਦਾ ਸੀ ਕਿ ਮੈਂ ਸਿਪਾਹੀ ਬਣਾਂਗਾ ਵੱਡਾ ਹੋ ਕੇ, ਅਤੇ ਹਰ ਲੜਾਈ 'ਚ ਜਿੱਤ ਮੇਰੀ ਹੋਵੇਗੀ। ਇਸੇ ਕਰਕੇ ਜਿਹੜੀ ਸੀ, ਕਿਉਂਕਿ ਉਸਦੀ ਸੈਨਾ ਦੇ ਵਿੱਚ ਰੁਚੀ ਸੀ, ਤਾਂ ਨੈਪੋਲੀਅਨ ਦੇ ਮਾਤਾ ਪਿਤਾ ਨੇ ਉਹਨੂੰ ਸੈਨਿਕ ਸਿੱਖਿਆ ਦੇਣ ਦਾ ਫੈਸਲਾ ਕਰ ਲਿਆ। ਥਰਡ ਹੈ ਮਿਲਟਰੀ ਟ੍ਰੇਨਿੰਗ। ਨੈਪੋਲੀਅਨ ਜਿਹੜਾ ਸੀ ਉਸਨੇ ਆਪਣੀ ਜਿਹੜੀ ਮੁੱਢਲੀ ਬੇਸਿਕ ਐਜੂਕੇਸ਼ਨ ਹੁੰਦੀ ਆ ਆਟਨ, ਠੀਕ ਹੈ, ਆਟਨ ਦੇ ਸਕੂਲ ਦੇ ਵਿੱਚ ਪ੍ਰਾਪਤ ਕੀਤੀ, ਅਤੇ ਬ੍ਰਾਈਨ ਦੇ ਸੈਨਿਕ ਸਕੂਲ 'ਚ ਬਾਅਦ 'ਚ ਉਸਨੂੰ ਦਾਖਲ ਕਰਵਾ ਦਿੱਤਾ ਗਿਆ। ਅਤੇ ਇਸ ਸਕੂਲ ਦੇ ਵਿੱਚ ਇਸਨੇ 5 ਸਾਲ ਆਪਣੀ ਐਜੂਕੇਸ਼ਨ ਜਿਹੜੀ ਸੀ ਪ੍ਰਾਪਤ ਕੀਤੀ। ਅਤੇ 1785 ਦੇ ਵਿੱਚ ਉਸਨੂੰ ਸ਼ਾਹੀ ਸੈਨਿਕ ਸਕੂਲ ਵਿੱਚ ਦਾਖਲਾ ਮਿਲ ਗਿਆ। ਪਰ ਜਿਹੜਾ ਉਸਦਾ ਜੀਵਨ ਸੀ ਬੜੀਆਂ ਕਠਿਨਾਈਆਂ ਭਰਿਆ, ਬਹੁਤ ਗੰਭੀਰ ਸੀ, ਕਿਉਂਕਿ ਉਹ ਆਰਥਿਕ ਪੱਖੋਂ ਜਿਹੜਾ ਸੀ ਗਰੀਬ ਸੀ, ਕਿਉਂਕਿ ਇਹ ਛੋਟੇ ਕੁਲੀਨ ਵਰਗ ਤੋਂ ਸੰਬੰਧਿਤ ਸੀਗੇ। ਠੀਕ ਹੈ, ਅਤੇ ਲੇਕਿਨ ਜਿਹੜਾ ਸੀ ਜਿਹੜੇ ਵੱਡੇ ਵੱਡੇ ਅਮੀਰ ਰਿਚ ਪੀਪਲ ਸੀ, ਰਿਚ ਕੁਲੀਨ ਲੋਕ ਸੀਗੇ, ਉਹ ਉਸਦਾ ਅਪਮਾਨ ਕਰਦੇ ਸੀ। ਅਤੇ ਉਸਨੂੰ ਫਰਾਂਸੀਸੀ ਭਾਸ਼ਾ ਦਾ ਉਚਾਰਨ ਠੀਕ ਠਾਕ ਨਹੀਂ ਸੀ ਕਰਨਾ ਆਉਂਦਾ, ਬਿਕੋਜ਼ ਉਹਨਾਂ ਦਾ ਪਿਛੋਕੜ ਕਿਸ ਤੋਂ ਸੀ? ਇਟਲੀ ਤੋਂ। ਇਹਨਾਂ ਦੇ ਦਾਦੇ ਪੜਦਾਦੇ ਪੁਰਖੇ ਜਿਹੜੇ ਸੀ ਇਟਲੀ ਦੇ ਸੀ। ਸੋ ਇਟਾਲੀਅਨ ਲੈਂਗੁਏਜ ਇਸਨੂੰ ਆਉਂਦੀ ਸੀ, ਲੇਕਿਨ ਇਸਨੂੰ ਫਰਾਂਸੀ ਭਾਸ਼ਾ ਦਾ ਉਚਾਰਨ ਠੀਕ ਤਰ੍ਹਾਂ ਨਹੀਂ ਸੀ ਆਉਂਦਾ, ਇਸ ਕਰਕੇ ਇਸਨੂੰ ਵਿਦੇਸ਼ੀ ਸਮਝਿਆ ਜਾਂਦਾ ਸੀ। ਇਹਦੇ ਨਾਲ ਨਫ਼ਰਤ ਕੀਤੀ ਜਾਂਦੀ ਸੀ, ਮਖੌਲ ਉਡਾਇਆ ਜਾਂਦਾ ਸੀ। ਪਰ ਫਿਰ ਵੀ ਇਹ ਬਹੁਤ ਹੀ ਹੁਸ਼ਿਆਰ ਸੀ, ਮਿਹਨਤੀ, ਲਾਇਕ ਅਤੇ ਸੰਜਮੀ, ਪੇਸ਼ੈਂਸ ਵਾਲਾ ਬੱਚਾ ਸੀ। ਉਸਨੂੰ ਮੈਥਸ ਬਹੁਤ ਆਉਂਦਾ ਸੀ, ਠੀਕ ਹੈ, ਹਿਸਾਬ ਬਹੁਤ ਆਉਂਦਾ ਸੀ। ਅਤੇ ਇਤਿਹਾਸ ਅਤੇ ਭੂਗੋਲ ਦੇ ਵਿੱਚ ਵੀ ਇਸਦੀ ਰੁਚੀ ਸੀ। ਬਹੁਤ ਇਮਾਨਦਾਰ, ਆਗਿਆਕਾਰੀ, ਗੰਭੀਰ, ਠੀਕ ਹੈ, ਇਹ ਸਮੇਂ ਦਾ ਪਾਬੰਦ, ਪੰਕਚੁਅਲ ਹੁੰਦਾ ਸੀ, ਬਿਲਕੁਲ ਓਬੀਡੀਐਂਟ ਹੁੰਦਾ ਸੀ, ਓਨੈਸਟ ਅਤੇ ਜਿਹੜਾ ਸੀਗਾ ਗੰਭੀਰ, ਸਾਈਲੈਂਟ ਬੱਚਾ ਹੁੰਦਾ ਸੀ। ਸੋ ਇਹਨਾਂ ਗੁਣਾਂ ਕਰਕੇ ਉਸਦੇ ਅਧਿਆਪਕ ਉਸ ਤੋਂ ਬਹੁਤ ਪ੍ਰਭਾਵਿਤ ਸੀ। ਅਤੇ ਨੈਪੋਲੀਅਨ ਆਪਣਾ ਟਾਈਮ ਕਦੇ ਵੀ ਵੇਸਟ ਨਹੀਂ ਸੀ ਕਰਦਾ। ਵਿਹਲੇ ਸਮੇਂ 'ਤੇ ਰੂਸੋ, ਵੋਲਟੇਅਰ, ਪਲੂਟਾਰਚ, ਮਾਂਟੇਸਕੂ, ਪਲੈਟੋ ਵਰਗੀਆਂ ਜਿਹੜੀਆਂ ਸੀਗੀਆਂ ਰਾਈਟਰ, ਇਹਨਾਂ ਦੀਆਂ ਰਾਈਟਿੰਗਸ ਪੜ੍ਹਦਾ ਸੀ, ਰਚਨਾਵਾਂ ਪੜ੍ਹਦਾ ਸੀ, ਅਤੇ ਆਲੋਚਨਾ ਵੀ ਕਰਦਾ ਸੀ ਵੀ ਇਹਨਾਂ ਸਿਧਾਂਤਾਂ ਦੇ ਵਿੱਚ ਗਲਤੀਆਂ ਕੀ ਆ। ਠੀਕ ਹੈ, ਕ੍ਰਿਟੀਸਾਈਜ਼ ਵੀ ਕਰਦਾ ਸੀ। 29 ਵੱਲ ਸੈਨਿਕ ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੋਂ ਨੈਪੋਲੀਅਨ 16 ਸਾਲ ਦੀ ਉਮਰ ਦੇ ਵਿੱਚ ਫਰਾਂਸੀਸੀ ਤੋਪਖਾਨੇ ਵਿੱਚ ਉਪ ਲੈਫਟੀਨੈਂਟ ਜਿਹੜਾ ਸੀਗਾ ਭਰਤੀ ਹੋ ਗਿਆ। ਤਨਖਾਹ ਘੱਟ ਸੀ, ਸੰਤੁਸ਼ਟ ਨਹੀਂ ਸੀ। ਬਹੁਤ ਟਾਈਮ ਉਹ ਜਿਹੜਾ ਸੀ ਰੀਡਿੰਗਸ ਲੋਕਾਂ ਦੀਆਂ ਪੜ੍ਹਦਾ ਰਹਿੰਦਾ ਸੀ। ਗੱਲ ਆਪਾਂ ਨੇ ਹੁਣੇ ਪੜ੍ਹੇ ਨਾ, ਮੋਂਟੇਸਕੂ, ਪਲੈਟੋ, ਪਲੂਟਾਰਚ ਹੋ ਗਿਆ, ਵੋਲਟੇਅਰ, ਰੂਸੋ ਦੀਆਂ ਜਿਹੜੀਆਂ ਸੀਗੀਆਂ ਰਾਈਟਿੰਗਸ ਪੜ੍ਹਦਾ ਸੀ। ਤਾਂ ਬੁੱਕਸ ਪੜ੍ਹਨ ਨਾਲ ਉਹਨੂੰ ਬੜੀ ਸ਼ਾਂਤੀ ਮਿਲਦੀ ਸੀ। ਬਹੁਤ ਘੱਟ ਸੌਂਦਾ ਸੀ, ਖਾਂਦਾ ਵੀ ਬਹੁਤ ਘੱਟ ਸੀਗਾ ਤਾਂ ਕਿ ਉਸਨੂੰ ਨੀਂਦ ਨਾ ਆਵੇ। ਉਸਨੇ ਬਹੁਤ ਸਾਰਾ ਸਮਾਂ ਜਿਹੜਾ ਸੀਗਾ ਕ੍ਰਾਂਤੀਕਾਰੀ ਸਾਹਿਤ ਪੜ੍ਹਿਆ ਸੀ।
ਨੈਪੋਲੀਅਨ ਦੇ ਵਿੱਚ ਜਿਹੜਾ ਸੀ ਸਾਹਸ ਬਹੁਤ ਜ਼ਿਆਦਾ ਸੀਗਾ। 1792 ਵਿੱਚ ਉਹ ਜੈਕੋਬਿਨ ਦਲ ਦਾ ਸਮਰਥਕ ਬਣ ਗਿਆ, ਤੇ ਇੱਕ ਦਲ ਸੀਗਾ, ਠੀਕ ਹੈ, ਜੈਕੋਬਿਨ। 1792 ਦੇ ਵਿੱਚ ਉਸਦਾ ਸਮਰਥਕ ਬਣ ਗਿਆ। 1793 ਦੇ ਵਿੱਚ ਹੀ ਉਸਨੇ ਅੰਗਰੇਜ਼ੀ ਹਮਲੇ ਵਿਰੁੱਧ ਟੂਲੋਨ, ਠੀਕ ਹੈ, ਟੂਲੋਨ ਦੀ ਬੰਦਰਗਾਹ ਦੀ ਰੱਖਿਆ ਲਈ ਮਹੱਤਵਪੂਰਨ ਭਾਗ ਜਿਹੜਾ ਸੀ ਉਸਨੇ ਲਿਆ, ਅਤੇ ਇਸ ਯੁੱਧ ਵਿੱਚ ਉਸਦਾ ਘੋੜਾ ਮਰ ਗਿਆ, ਆਪ ਵੀ ਉਹ ਜ਼ਖਮੀ ਹੋ ਗਿਆ, ਪਰ ਲੜਾਈ ਵਿੱਚ ਜਿੱਤ ਉਸਦੀ ਪ੍ਰਾਪਤ ਹੋਈ। ਆਖਿਆ ਜਾਂਦਾ ਹੈ ਕਿ ਅੰਗਰੇਜ਼ੀ ਸੈਨਾ ਦੇ ਵਿਰੁੱਧ ਉਸਦੀ ਇਹ ਪਹਿਲੀ ਜਿੱਤ ਸੀ। ਰਾਬਸਪੀਅਰ ਦੀ ਮੌਤ ਤੋਂ ਬਾਅਦ ਨੈਪੋਲੀਅਨ ਨੂੰ ਕੈਦ ਕਰ ਲਿਆ ਗਿਆ, ਪਰ ਟੂਲੋ ਦੇ ਯੁੱਧ ਦੇ ਵਿੱਚ ਦਿਖਾਈ ਬਹਾਦਰੀ ਕਰਕੇ ਉਸਨੂੰ ਕਤਲ ਨਹੀਂ ਕੀਤਾ ਗਿਆ ਤੇ ਉਹ ਬਚ ਗਿਆ ਸੀ, ਠੀਕ ਹੈ। 5 ਅਕਤੂਬਰ 1795 ਵਿੱਚ ਨੈਪੋਲੀਅਨ ਨੇ ਵਰਦੀਆਂ ਗੋਲੀਆਂ, ਮਤਲਬ ਬਹੁਤ ਹੀ ਗੋਲੀਆਂ ਦੀ ਬਾਰਿਸ਼ ਹੋ ਰਹੀ ਸੀ, ਤਾਂ ਨੈਸ਼ਨਲ ਕਨਵੈਨਸ਼ਨ ਨੂੰ ਰਾਜਤੰਤਰਵਾਦੀਆਂ ਤੋਂ ਉਸਨੇ ਬਹਾਦਰੀ ਦੇ ਨਾਲ ਜਿਹੜਾ ਸੀਗਾ ਬਚਾਇਆ ਸੀ। ਇਸ ਕਰਕੇ ਉਹ ਫਰਾਂਸ ਵਿੱਚ ਬਹੁਤ ਫੇਮਸ ਹੋ ਗਿਆ, ਤੇ ਉਸਦੀ ਬਹਾਦਰੀ ਦੇ ਕਾਰਨਾਮਿਆਂ ਦਾ ਡੰਕਾ ਵੱਜਣ ਲੱਗ ਗਿਆ, ਅਤੇ ਡਾਇਰੈਕਟਰ ਬਾਰਸ ਦੇ ਕਹਿਣ ਦੇ ਉੱਤੇ ਦੇਸ਼ ਦੀਆਂ ਜਿਹੜੀਆਂ ਅੰਦਰੂਨੀ ਸੈਨਾਵਾਂ ਹੁੰਦੀਆਂ ਨੇ ਉਹਨਾਂ ਦਾ ਇਹਨਾਂ ਨੂੰ ਸੈਨਾਪਤੀ ਇਸ ਨੂੰ ਬਣਾ ਦਿੱਤਾ ਗਿਆ, ਤੇ ਇਸ ਦੀ ਉੱਨਤੀ ਦਾ ਮਾਰਗ ਉੱਥੋਂ ਦੀ ਜਿਹੜਾ ਸੀਗਾ ਖੁੱਲ੍ਹ ਗਿਆ, ਤੇ ਇਸ ਦੇ ਰੈਂਕ ਵਧਣ ਲੱਗ ਗਏ। ਜੋਸੇਫਿਨ ਨਾਲ ਵਿਆਹ। ਡਾਇਰੈਕਟਰ ਬਾਰਾ ਦੁਆਰਾ ਨੈਪੋਲੀਅਨ ਦੀ ਮੁਲਾਕਾਤ ਇੱਕ ਸੁੰਦਰ ਵਿਧਵਾ ਇਸਤਰੀ ਜੋਸੇਫਿਨ ਨਾਲ ਕਰਵਾਈ ਗਈ, ਠੀਕ ਹੈ। ਤਾਂ ਜਿਹੜਾ ਡਾਇਰੈਕਟਰ ਬਾਰਾ ਸੀ ਉਸਨੇ ਇਸ ਦੀ ਜਿਹੜੀ ਮੀਟਿੰਗ ਸੀਗੀ ਇੱਕ ਬਹੁਤ ਹੀ ਸੋਹਣੀ ਵਿਧਵਾ ਲੇਡੀ ਸੀ ਜਿਹੜੀ ਉਸ ਦੇ ਨਾਲ ਕਰਵਾਤੀ। ਜੈਸਮਨ ਦੀ ਸੁੰਦਰਤਾ ਅਤੇ ਉਸਦੀਆਂ ਦਿਲ ਵਿੰਨਵੀਆਂ ਅਦਾਵਾਂ ਨੇ ਇਸ ਨੂੰ ਪ੍ਰਭਾਵਿਤ ਕੀਤਾ, ਅਤੇ ਉਹ ਜਿਹੜਾ ਸੀ ਨੈਪੋਲੀਅਨ ਉਸ ਨੂੰ ਪਿਆਰ ਕਰਨ ਲੱਗ ਗਿਆ। ਜੈਸੋਫਿਨ ਵੀ ਨੈਪੋਲੀਅਨ ਦੀ ਬਹਾਦਰੀ ਅਤੇ ਉਹਦੇ ਜਜ਼ਬਾਤਾਂ ਤੋਂ ਬਹੁਤ ਪ੍ਰਭਾਵਿਤ ਸੀ। ਉਹ ਦੋਨੋਂ ਇੱਕ ਦੂਜੇ ਨਾਲ ਪਿਆਰ ਕਰਨ ਲੱਗੇ, ਅਤੇ ਜੈਸੋਫਿਨ ਜਿਹੜੀ ਸੀਗੀ ਇੱਕ ਵਿਧਵਾ ਇਸਤਰੀ ਸੀ, ਪਰ ਨੈਪੋਲੀਅਨ ਤੋਂ 6 ਸਾਲ ਵੱਡੀ ਵੀ ਸੀ। ਉਸਦੇ ਪਤੀ ਜਿਹੜਾ ਅਲੈਗਜ਼ੈਂਡਰ ਦੀ ਬੋਹਰਮ ਸੀਗਾ, ਉਸਨੇ ਨੂੰ ਆਤੰਕ ਦੇ ਸ਼ਾਸਨ 'ਚ ਕਤਲ ਕਰਵਾ ਦਿੱਤਾ ਗਿਆ ਸੀ। ਹੁਣ ਜੋਸੇਫਿਨ ਜਿਹੜੀ ਸੀ ਉਸਦੇ ਪਹਿਲੇ ਪਤੀ ਤੋਂ, ਮਤਲਬ ਅਲੈਗਜ਼ੈਂਡਰ ਤੋਂ 2 ਬੱਚੇ ਸੀਗੇ, ਅਤੇ ਉਸਦੇ ਪੁੱਤਰ ਜਿਹੜੇ ਸੀ ਯੂਜਨ, ਉਸਦੀ ਵੀ ਉਮਰ 15 ਸਾਲ ਦੀ ਸੀ। ਉਸਦੀ ਪੁੱਤਰੀ ਹਾਰਟੈਂਸ ਜਿਹੜੀ ਸੀ ਉਹ 13 ਸਾਲ ਦੀ ਸੀ, ਪਰ ਫਿਰ ਵੀ ਜਿਹੜਾ ਸੀ ਨੈਪੋਲੀਅਨ ਨੇ 9 ਮਾਰਚ ਨੂੰ ਜਿਹੜਾ ਸੀਗਾ ਉਸਦੇ ਨਾਲ ਵਿਆਹ ਕਰਵਾ ਲਿਆ, ਅਤੇ ਇਹ ਇੱਕ ਲਵ ਮੈਰਿਜ ਸੀ, ਠੀਕ ਹੈ। ਇਟਲੀ ਦੀ ਮੁਹਿੰਮ ਦਾ ਸੈਨਾਪਤੀ। ਜੋਸਫਿਨ ਦੇ ਨਾਲ ਵਿਆਹ ਕਰਨ ਤੋਂ ਕੇਵਲ 2 ਦਿਨਾਂ ਬਾਅਦ ਹੀ ਨੈਪੋਲੀਅਨ ਨੂੰ ਇਟਲੀ ਦੇ ਵਿਰੁੱਧ ਮੁਹਿੰਮ ਦਾ ਸੈਨਾਪਤੀ ਬਣਾ ਦਿੱਤਾ ਗਿਆ, ਤੇ ਉਹ ਇਟਲੀ ਨੂੰ ਜਿੱਤਣ ਲਈ ਚੱਲ ਪਿਆ। ਜੋਸਫਿਨ ਨੇ ਉਸ ਨੂੰ ਜਾਣ ਤੋਂ ਨਾ ਕੀਤੀ। ਜੋਸਫਿਨ ਨੇ ਉਸ ਦੇ ਨਾਲ ਜਿਹੜਾ ਸੀਗਾ ਜਾਣ ਤੋਂ ਨਾ ਕਰਤੀ, ਅਤੇ ਨੈਪੋਲੀਅਨ ਨੇ ਸਭ ਤੋਂ ਪਹਿਲਾਂ ਸਾਰਡੀਨੀਆ ਜਿੱਤਿਆ, ਫਿਰ ਉਸ ਤੋਂ ਬਾਅਦ ਸੇਵੋਏ, ਨਾਈਸ ਦੇ ਇਲਾਕੇ ਪ੍ਰਾਪਤ ਕੀਤੇ। ਆਸਟਰੀਆ ਦੀ ਸੈਨਾਵਾਂ ਨੂੰ ਜਿਹੜਾ ਸੀ ਮੌਂਟੂਆ ਦੇ ਸਥਾਨ 'ਤੇ ਹਰਾ ਕੇ ਮਿਲਾਨ ਉੱਤੇ ਆਪਣਾ ਕਬਜ਼ਾ ਜਿਹੜਾ ਸੀ ਕਰ ਲਿਆ। ਉਸ ਤੋਂ ਪਿੱਛੋਂ ਆਰਕੋਲਾ ਰਿਵੋਲੀ ਦੀਆਂ ਲੜਾਈਆਂ ਦੇ ਵਿੱਚ ਹਰਾ ਕੇ ਕੈਲੀਫੋਰਨੀਆ ਦੀ ਸੰਧੀ ਕਰਨ ਲਈ ਜਿਹੜਾ ਸੀ ਉਹਨਾਂ ਨੂੰ ਬੇਬਸ ਕਰਤਾ। ਇਸ ਕਰਕੇ ਫਰਾਂਸ ਨੂੰ ਉਸਦੀਆਂ ਕੁਦਰਤੀ ਹੱਦਾਂ ਜਿਹੜੀਆਂ ਸੀ ਪ੍ਰਾਪਤ ਹੋ ਗਈਆਂ। ਇਟਲੀ ਨੂੰ ਹਰਾ ਕੇ ਬਹੁਤ ਸਾਰੀਆਂ ਕਲਾਤਮਕ ਹੱਦਾਂ ਪ੍ਰਾਪਤ ਹੋ ਗਈਆਂ, ਅਤੇ ਇਟਲੀ ਨੂੰ ਹਰਾ ਕੇ ਉੱਥੋਂ ਦੀਆਂ ਬਹੁਤ ਸਾਰੀਆਂ ਕਲਾਤਮਕ ਕਿਰਤਾਂ ਨੂੰ ਵੀ ਫਰਾਂਸ ਲਿਆ। ਤਾਂ ਕਹਿੰਦਾ ਮਤਲਬ ਜਦੋਂ ਇਹ ਫਰਾਂਸ ਵਾਪਸ ਆਇਆ ਤਾਂ ਬਹੁਤ ਗਰਮਜੋਸ਼ੀ ਨਾਲ ਉਸਦਾ ਸਵਾਗਤ ਕੀਤਾ ਗਿਆ, ਅਤੇ ਬਹੁਤ ਹੀ ਜ਼ਿਆਦਾ ਉਹ ਪੋਪੂਲਰ ਹੋ ਗਿਆ। ਮਿਸਰ ਦੀ ਮੁਹਿੰਮ। ਹੁਣ ਜਦੋਂ ਡਾਇਰੈਕਟਰੀ ਦੀ ਸਰਕਾਰ ਸੀ ਉਸ ਟਾਈਮ ਨੈਪੋਲੀਅਨ ਨੇ ਮਈ 1789 ਨੂੰ ਮਿਸਰ ਦੀ ਵੀਜ਼ੇ ਲਈ ਉਸਨੂੰ ਭੇਜਿਆ ਗਿਆ, ਅਤੇ ਸ਼ੁਰੂ ਵਿੱਚ ਨੈਪੋਲੀਅਨ ਨੇ ਬੜੀ ਆਸਾਨੀ ਨਾਲ ਮਾਲਟਾ ਅਤੇ ਸਿਕੰਦਰੀਆ ਦੇ ਉੱਤੇ ਅਧਿਕਾਰ ਕਰ ਲਿਆ, ਪਰ ਲਾਰਡ ਨੈਸ਼ਨਲ ਨੇ ਉਸਨੂੰ ਨੀਲ ਦੀ ਲੜਾਈ ਦੇ ਵਿੱਚ ਹਰਾਤਾ। ਨੈਪੋਲੀਅਨ ਫਿਰ ਤੁਰਕੀ ਵੱਲ ਵਧਿਆ, ਅਤੇ ਤੁਰਕ ਨੂੰ ਕਈ ਯੁੱਧਾਂ ਵਿੱਚ ਹਰਾ ਕੇ ਮੁੜ ਸਿਕੰਦਰੀ ਆ ਗਿਆ, ਅਤੇ ਫਿਰ ਪੈਰਿਸ ਪਹੁੰਚ ਗਿਆ। ਡਾਇਰੈਕਟਰੀ ਦਾ ਅੰਤ ਅਤੇ ਕੌਂਸਲੈਂਟ ਦੀ ਸਥਾਪਨਾ। ਡਾਇਰੈਕਟਰੀ ਦੀ ਸਰਕਾਰ ਜਿਹੜੀ ਸੀ ਇਹਨਾਂ 'ਚ ਕਮੀਆਂ ਬਹੁਤ ਸੀ, ਬਹੁਤ ਬਦਨਾਮ ਹੋ ਚੁੱਕੀ ਸੀ, ਅਤੇ ਦੇਸ਼ ਦੇ ਹਰ ਪਾਸੇ ਅਸ਼ਾਂਤੀ ਅਰਾਜਕਤਾ ਫੈਲੀ ਹੋਈ ਸੀ। ਫਰਾਂਸ ਦੇ ਵਿਰੁੱਧ ਦੂਜਾ ਯੂਰਪੀ ਗੁੱਟ, ਠੀਕ ਹੈ, ਇਹਦੀ ਸਥਾਪਨਾ ਹੋ ਚੁੱਕੀ ਸੀ। ਫਰਾਂਸ ਵਾਲੇ ਡਾਇਰੈਕਟਰੀ ਤੋਂ ਤੰਗ ਆ ਗਏ ਸਨ, ਅਤੇ ਨੈਪੋਲੀਅਨ ਦੀ ਜਦੋਂ ਵਾਪਸੀ ਦੀ ਖਬਰ ਆਈ ਸਾਰੇ ਫਰਾਂਸ 'ਚ ਫੈਲ ਗਈ, ਪਰ ਉਸਨੂੰ ਮਿਸਰ ਦੀ ਅਸਫਲਤਾ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਮਿਸਰ ਤੋਂ ਹਾਰ ਕੇ ਆਇਆ, ਠੀਕ ਹੈ। ਪਰ ਨੈਪੋਲੀਅਨ ਦੀ ਵਾਪਸੀ ਦੀ ਜਿਹੜੀ ਸੀਗੀ ਲੋਕ ਇਹ ਚੀਜ਼ ਦਾ ਸਵਾਗਤ ਕਰਨ ਲਈ ਜਿਹੜੇ ਸੀ ਬੜੇ ਖੁਸ਼ ਸੀਗੇ, ਅਤੇ ਲੋਕਾਂ ਨੂੰ ਨੈਪੋਲੀਅਨ ਤੋਂ ਬੜੀ ਹੀ ਆਸ਼ਾ ਸੀ। ਨੈਪੋਲੀਅਨ ਨੇ ਆਪਣੇ ਭਰਾ ਲੂਸੀਅਨ ਅਤੇ ਐਬੇਸੀਏ ਨਾਲ ਮਿਲ ਕੇ 10 ਨਵੰਬਰ 1799 ਨੂੰ ਡਾਇਰੈਕਟਰੀ ਦਾ ਅੰਤ ਕਰ ਦਿੱਤਾ, ਅਤੇ ਇਹ ਇੱਕ ਬਹੁਤ ਹੀ ਜ਼ਿਆਦਾ ਉਸਦੇ ਲਈ ਅਹਿਮ ਘਟਨਾ ਸੀ। ਫਰਾਂਸ ਵਿੱਚ ਇਸ ਤੋਂ ਬਾਅਦ ਜਿਹੜੀ ਸੀ ਕੌਂਸਲੈਂਟ ਦੀ ਸਰਕਾਰ ਥਾਪੀ ਗਈ ਸੀ, ਅਤੇ 3 ਕੌਂਸਲਾਂ ਦੇ ਹੱਥ ਵਿੱਚ ਦੇ ਦਿੱਤੀਆਂ ਗਈਆਂ ਸਨ। ਇਹ 3 ਕੌਂਸਲ ਸੀ ਨੈਪੋਲੀਅਨ, ਸੀਏ, ਡੂਕੋ, ਠੀਕ ਹੈ। ਤਾਂ ਇਹਨਾਂ ਤਿੰਨਾਂ ਦੇ ਹੱਥ ਦੇ ਵਿੱਚ ਜਿਹੜੀ ਸੀਗੀ ਇਹ ਦੇ ਦਿੱਤੀ ਗਈ ਸੀ। ਨਵੇਂ ਬਣਾਏ ਸੰਵਿਧਾਨ ਅਨੁਸਾਰ ਨੈਪੋਲੀਅਨ ਨੂੰ ਮੁੱਖ ਕੌਂਸਲ ਜਿਹੜਾ ਸੀ ਨਿਯੁਕਤ ਕੀਤਾ ਗਿਆ, ਜਿਸ ਦੀ ਪ੍ਰਵਾਨਗੀ ਜਿਹੜੀ ਸੀ 30 ਲੱਖ ਲੋਕਾਂ ਨੇ ਵੋਟ ਦੇ ਕੇ ਕੀਤੀ।
ਫਰਾਂਸ ਦੇ ਮਾਣ ਨੂੰ ਫਿਰ ਤੋਂ ਇਸਨੇ ਕਾਇਮ ਕੀਤਾ। ਜਿਸ ਸਮੇਂ ਨੈਪੋਲੀਅਨ ਮਿਸਰ ਤੋਂ ਸੀ ਤਾਂ ਉੱਥੋਂ ਦੀ ਇਹ ਹਾਰ ਕੇ ਆਇਆ ਸੀ, ਤਾਂ ਬਹੁਤ ਸਾਰਾ ਇਲਾਕਾ ਜਿਹੜਾ ਸੀ ਇਸਦੇ ਫਰਾਂਸ ਦੇ ਹੱਥੋਂ ਨਿਕਲ ਗਿਆ ਸੀ। ਉਸ ਸਮੇਂ ਫਰਾਂਸ ਵਿੱਚ ਡਾਇਰੈਕਟਰ ਦੀ ਸਰਕਾਰ ਸੀ। ਠੀਕ ਹੈ। ਨੈਪੋਲੀਅਨ ਨੇ ਕੌਂਸਲ ਬਣਦੇ ਸਾਰ ਇਟਲੀ 'ਤੇ ਹਮਲਾ ਕੀਤਾ ਅਤੇ ਆਸਟਰੀਆ ਨੂੰ ਮਰੰਗੋ ਨਾਮ ਦੇ ਸਥਾਨ ਦੇ ਉੱਤੇ ਹਰਾਇਆ। ਨੈਪੋਲੀਅਨ ਨੇ 1800 ਈਸਵੀ ਦੇ ਵਿੱਚ ਲਗਭਗ ਸਾਰੀ ਹੀ ਇਟਲੀ ਉੱਤੇ ਆਪਣਾ ਜਿਹੜਾ ਸੀਗਾ ਅਧਿਕਾਰ ਕਰ ਲਿਆ ਅਤੇ ਇੱਕ ਹੋਰ ਸਥਾਨ ਹੋਹੇਨਲਿੰਡਨ ਜਿਹੜਾ ਸੀ ਉਸ 'ਤੇ ਜਿਹੜਾ ਸੀ ਫਿਰ ਆਸਟਰੀਆ ਨੂੰ ਹਰਾ ਦਿੱਤਾ ਅਤੇ ਇਸ ਹਾਰ ਨਾਲ ਲੂਨੇਵੇਲੇ ਜਿਹੜੇ ਹੈਗੇ ਆ ਦੀ ਸੰਧੀ ਕਰਨ ਲਈ ਮਜਬੂਰ ਹੋ ਗਿਆ। ਇੰਗਲੈਂਡ ਭਾਵੇਂ ਹਾਰਿਆ ਨਹੀਂ, ਪਰ ਅਮੀਨਜ਼ ਦੀ ਸੰਧੀ ਕਰਕੇ ਫਰਾਂਸ ਨਾਲ ਲੜਾਈ ਜਿਹੜੀ ਸੀ ਬੰਦ ਕਰ ਦਿੱਤੀ। ਫਰਾਂਸ ਦਾ ਮਾਣ ਕਾਇਮ ਹੋ ਗਿਆ। ਨੈਪੋਲੀਅਨ ਨੇ ਸੁਧਾਰ ਬਹੁਤ ਸਾਰੇ ਕੀਤੇ ਨੇ, ਬਹੁਤ ਪ੍ਰਸ਼ਾਸਨਿਕ ਸੁਧਾਰ ਕੀਤੇ ਨੇ। ਫਰਾਂਸ ਨੂੰ ਲਿਖਤੀ ਕਾਨੂੰਨ ਦਿੱਤੇ, ਭੇਦਭਾਵ ਜਿਹੜਾ ਸੀ ਅਧਿਕਾਰਾਂ ਦਾ ਉਹ ਖਤਮ ਕੀਤਾ, ਜਨਮ, ਧਰਮ ਅਤੇ ਸਥਿਤੀ ਨੂੰ ਇੱਕ ਪਾਸੇ ਕਰਕੇ ਯੋਗਤਾ ਦੇ ਆਧਾਰ 'ਤੇ ਅਤੇ ਸਰਕਾਰ ਦੇ ਚਰਚ ਦੀਆਂ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਅਤੇ ਸਮਾਜਿਕ ਸਮਾਨਤਾ ਕਾਇਮ ਕੀਤੀ। ਉਦਯੋਗ, ਵਪਾਰ, ਖੇਤੀਬਾੜੀ ਲਈ ਉੱਨਤੀ ਦੇ ਪ੍ਰਬੰਧ ਕੀਤੇ, ਸੜਕਾਂ ਬਣਵਾਈਆਂ ਜਨਤਾ ਦੀ ਭਲਾਈ ਲਈ, ਪੁਲ ਬਣਵਾਏ, ਜਨਤਕ ਭਵਨਾਂ ਦੀ ਉਸਾਰੀ ਕਰਾਇਆ, ਰਾਸ਼ਟਰੀ ਪ੍ਰਣਾਲੀ ਅਨੁਸਾਰ ਜਿਹੜੀ ਸੀ ਸਿੱਖਿਆ ਵੀ ਚਲਾਈ, ਸਾਹਿਤ ਅਤੇ ਕਲਾ ਦਾ ਵਿਕਾਸ ਕੀਤਾ। ਸਮਰਾਟ ਦੇ ਰੂਪ ਦੇ ਵਿੱਚ ਜਿਹੜਾ ਸੀਗਾ ਸਾਰੀ ਸ਼ਕਤੀ ਇਸ ਦੇ ਹੱਥ 'ਚ ਆ ਗਈ, ਕਿਉਂਕਿ ਇਹ ਪਹਿਲਾ ਕੌਂਸਲ ਬਣਿਆ ਸੀਗਾ। ਉਸਨੇ ਕਦੇ ਵੀ ਗਲਤ ਸ਼ਕਤੀ ਦੀ ਵਰਤੋਂ ਨਹੀਂ ਕੀਤੀ, ਜਨਤਾ ਦੀ ਭਲਾਈ ਨੂੰ ਮੁੱਖ ਰੱਖਿਆ। ਸਾਰੀ ਉਮਰ ਲਈ ਪਹਿਲਾ ਕੌਂਸਲ ਉਹ ਚੁਣਿਆ ਗਿਆ ਅਤੇ 1802 ਵਿੱਚ ਉਸਨੂੰ ਆਪਣਾ ਉੱਤਰਾਧਿਕਾਰੀ ਚੁਣਨ ਦਾ ਵੀ ਅਧਿਕਾਰ ਜਿਹੜਾ ਸੀ ਉਸਨੂੰ ਦਿੱਤਾ ਗਿਆ। ਇੰਨੀਆਂ ਸ਼ਕਤੀਆਂ ਦਾ ਸਵਾਮੀ ਬਣ ਗਿਆ। ਉਸਨੇ ਸਦਾ ਲੋਕਾਂ ਦਾ ਹਿੱਤ ਅੱਗੇ ਰੱਖਿਆ, ਨਵ ਨਿਰਮਾਣ ਦੇ ਕੰਮਾਂ ਦੇ ਵਿੱਚ ਲੱਗਿਆ ਰਿਹਾ। ਮਾਰਚ 1804 ਦੇ ਵਿੱਚ ਜਿਹੜਾ ਸੀ ਜਨਮਤ ਮਤਲਬ ਪਬਲਿਕ ਵੋਟਿੰਗ ਕੀਤੀ ਗਈ ਤਾਂ ਨੈਪੋਲੀਅਨ ਨੂੰ ਸਮਰਾਟ ਯਾਨੀ ਕਿ ਰਾਜਾ ਘੋਸ਼ਿਤ ਕਰ ਦਿੱਤਾ ਗਿਆ, ਪ੍ਰਵਾਨ ਕਰ ਲਿਆ ਗਿਆ। ਨੈਪੋਲੀਅਨ ਪ੍ਰਸਿੱਧੀ ਅਤੇ ਸ਼ਕਤੀ ਦਾ ਭੁੱਖਾ ਸੀ। ਉਹ ਯੂਰਪ ਦੇ ਉੱਤੇ ਸਾਰੇ ਯੂਰਪ 'ਤੇ ਆਪਣਾ ਅਧਿਕਾਰ ਕਰਨਾ ਚਾਹੁੰਦਾ ਸੀ। 1805 ਵਿੱਚ ਉਸਨੇ ਇੰਗਲੈਂਡ 'ਤੇ ਹਮਲਾ ਕਰਨ ਦਾ ਯਤਨ ਕੀਤਾ, ਪਰ ਟ੍ਰੈਫਲੈਗਰ ਦੀ ਲੜਾਈ ਦੇ ਵਿੱਚ ਅੰਗਰੇਜ਼ ਸੈਨਾਪਤੀ ਨੈਲਸਨ ਨੇ ਨੈਪੋਲੀਅਨ ਨੂੰ ਹਰਾ ਦਿੱਤਾ। ਠੀਕ ਹੈ। ਪਰ ਇਸ ਲੜਾਈ ਦੇ ਵਿੱਚ ਨੈਲਸਨ ਖੁਦ ਮਾਰਿਆ ਗਿਆ, ਪਰ ਉਸਨੇ ਫਰਾਂਸੀਸੀ ਬੇੜੇ ਨੂੰ ਜਿਹੜਾ ਸੀ ਬੁਰੀ ਤਰ੍ਹਾਂ ਬਰਬਾਦ ਕਰਤਾ। ਇਸ ਕਰਕੇ ਨੈਪੋਲੀਅਨ ਨੇ ਪਰਸ਼ੀਆ ਅਤੇ ਆਸਟਰੀਆ ਦੀਆਂ ਸੈਨਾਵਾਂ ਆਸਟਰਲਿਡਸ ਦੇ ਸਥਾਨ ਦੇ ਉੱਤੇ ਹਰਾਇਆ ਅਤੇ 1806 ਦੇ ਵਿੱਚ ਉਸਨੇ ਜੈਨਸ ਦੇ ਸਥਾਨ ਦੇ ਉੱਤੇ ਰੂਸ ਅਤੇ ਪਰਸ਼ੀਆ ਨੂੰ ਹਰਾਇਆ ਸੀ। ਰੂਸ ਨੇ ਨੈਪੋਲੀਅਨ ਨੂੰ 1807 ਦੀ ਤਿਲਸਟ ਦੀ ਸੰਧੀ ਕੀਤੀ ਅਤੇ ਰੂਸ ਦੇ ਸਜ਼ਾਰ ਜਿਹੜਾ ਸੀਗਾ ਨੇ ਮਹਾਦੀਪੀ ਪ੍ਰਣਾਲੀ ਲਾਗੂ ਕਰਨ ਵਿੱਚ ਨੈਪੋਲੀਅਨ ਨੂੰ ਸਹਿਯੋਗ ਦੇਣ ਦਾ ਵੀ ਵਚਨ ਦਿੱਤਾ। ਤੇ ਇਹ ਤੁਹਾਨੂੰ ਨਾਮ ਯਾਦ ਕਰਨੇ ਪੈਣਗੇ। ਪ੍ਰਾਇਦੀਪੀ ਲੜਾਈਆਂ ਤੋਂ ਐਲਬਾ ਵਿੱਚ ਦੇਸ਼ ਨਿਕਾਲੇ ਤੱਕ ਨੈਪੋਲੀਅਨ ਨੇ ਬਹੁਤ ਹੱਥ ਪਰ ਮਾਰੇ, ਬਹੁਤ ਯਤਨ ਕੀਤੇ ਤਾਂ ਕਿ ਇਹ ਸਾਰਾ ਯੂਰਪ ਜਿੱਤ ਸਕੇ। ਸੋ ਜਿੰਨੀਆਂ ਵੀ ਲੜਾਈਆਂ ਜਿਹੜੀਆਂ ਹੋਈਆਂ ਨੇ, ਇਹ ਨੈਪੋਲੀਅਨ ਸਪੇਨ ਅਤੇ ਪੁਰਤਗਾਲ ਵਿਰੁੱਧ ਪ੍ਰਾਇਦੀਪੀ ਲੜਾਈਆਂ 'ਚ ਫਸਿਆ ਰਿਹਾ। ਇਹਨਾਂ ਲੜਾਈਆਂ ਵਿੱਚ ਲਗਭਗ 3 ਲੱਖ ਫਰਾਂਸੀਸੀ ਸੈਨਿਕ ਮਾਰੇ ਗਏ। ਨੈਪੋਲੀਅਨ ਵੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹਾਰਿਆ। ਬਿਨਾਂ ਸਪੇਨ ਵਾਸੀਆਂ ਦੀ ਘਿਰਨਾ ਦੇ ਨੈਪੋਲੀਅਨ ਨੂੰ ਇਹਨਾਂ ਲੜਾਈਆਂ ਵਿੱਚ ਕੁਝ ਵੀ ਪੱਲੇ ਨਹੀਂ ਪਿਆ। ਮਤਲਬ ਕਿ ਸਪੇਨ ਦੇ ਜਿਹੜੇ ਲੋਕ ਸੀ ਉਸ ਪ੍ਰਤੀ ਬਹੁਤ ਹੀ ਜ਼ਿਆਦਾ ਨਿੰਦਾ ਕਰਨ ਲੱਗ ਗਏ। ਲੇਕਿਨ ਇਹ ਖੁਦ ਕੀ ਚਾਹੁੰਦਾ ਸੀ ਕਿ ਮੇਰੀ ਜਿਹੜੀ ਸੀ ਪ੍ਰਸਿੱਧੀ ਹੋਵੇ, ਮੇਰੀ ਸ਼ਕਤੀ ਹੋਵੇ। ਲੇਕਿਨ ਜਦੋਂ ਇਹ ਲੜਾਈਆਂ ਹਾਰਨੀਆਂ ਸਟਾਰਟ ਹੋ ਗਿਆ ਤਾਂ ਉਸ ਤੋਂ ਬਾਅਦ 'ਚ ਜਿਹੜਾ ਸੀਗਾ ਰੂਸ ਦੇ ਮਹਾਦੀਪੀ ਪ੍ਰਣਾਲੀ ਦਾ ਪ੍ਰਵਾਨ ਕਰਨ ਦੇ ਉੱਤੇ ਨੈਪੋਲੀਅਨ ਨੇ ਰੂਸ ਉੱਤੇ 1812 ਵਿੱਚ ਹਮਲਾ ਕਰ ਦਿੱਤਾ। ਮਾਸਕੋ ਤੋਂ ਉਹ ਜਿਹੜਾ ਸੀਗਾ ਉੱਥੇ ਪਹੁੰਚ ਗਿਆ ਅਤੇ ਰੂਸੀ ਆਪਣੀ ਰਾਜਧਾਨੀ ਨੂੰ ਅੱਗ ਲਗਾ ਕੇ ਆਪ ਪਿੱਛੇ ਜਿਹੜਾ ਸੀਗਾ ਹਟ ਗਿਆ। ਨੈਪੋਲੀਅਨ ਅਸਫਲਤਾ ਲੈ ਕੇ ਵਾਪਸ ਆ ਗਿਆ ਅਤੇ ਇਸ ਮੁਹਿੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਫਰਾਂਸ ਦੀ ਸੈਨਿਕ ਸ਼ਕਤੀ ਇਸ ਮੁਹਿੰਮ ਦੀ ਅਸਫਲਤਾ ਨਾਲ ਕਾਫੀ ਕਮਜ਼ੋਰ ਹੋ ਗਈ ਸੀ, ਤਾਂ ਇਸ ਕਰਕੇ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਲੜਾਈਆਂ ਜਿਹੜੀਆਂ ਸੀ ਇੰਗਲੈਂਡ ਤੋਂ ਬਿਨਾਂ ਰੂਸ, ਆਸਟਰੀਆ, ਪਰਸ਼ੀ ਕਾਫੀ ਸਾਰੀਆਂ ਲੜਾਈਆਂ ਦੇ ਵਿੱਚ ਜਿਹੜਾ ਸੀ ਇਸ ਨੂੰ ਪਿੱਛੇ ਹਟਾਇਆ ਗਿਆ। ਇਸ ਲੜਾਈ ਨੂੰ ਕੋਮਾ ਦਾ ਯੁੱਧ, ਬੈਟਲ ਆਫ ਨੇਸ਼ਨਸ ਕਿਹਾ ਗਿਆ। ਨੈਪੋਲੀਅਨ ਰਾਈਨ ਤਾਂ ਹੀ ਪਿੱਛੇ ਹਟ ਗਿਆ, ਉਸਨੇ ਦਿਲ ਨਹੀਂ ਛੱਡਿਆ, ਪਰ ਉਸਨੇ ਆਪਣੇ ਮਿੱਤਰ ਦੇਸ਼ਾਂ ਦੀਆਂ ਸੈਨਾ ਦਾ ਮੁਕਾਬਲਾ ਸਫਲਤਾਪੂਰਵਕ ਕੀਤਾ। ਪਰ ਜਦੋਂ ਦੇਸ਼ਾਂ ਦੀਆਂ ਸੈਨਾਵਾਂ ਫਰਾਂਸ ਵਿੱਚ ਆ ਗਈਆਂ ਤਾਂ ਨੈਪੋਲੀਅਨ ਨੇ ਹਥਿਆਰ ਸੁੱਟ ਦਿੱਤੇ, ਆਪਣਾ ਤਖਤ ਛੱਡ ਦਿੱਤਾ 1814 ਦੇ ਵਿੱਚ ਅਤੇ ਉਸਨੂੰ 1814 ਦੇ ਵਿੱਚ ਜਿਹੜਾ ਸੀ ਐਲਬਾ ਦੇ ਟਾਪੂ ਵਿੱਚ ਭੇਜ ਦਿੱਤਾ ਗਿਆ। ਉਸ ਪਿੱਛੋਂ ਭੂਤਪੂਰਵ ਜਿਹੜੇ ਸਮਰਾਟ ਲੂਈ 16ਵੇਂ ਦੇ ਭਰਾ ਲੂਈ 18ਵੇਂ ਨੂੰ ਸਮਰਾਟ ਪ੍ਰਵਾਨ ਕਰ ਲਿਆ ਗਿਆ। ਤਾਂ ਇਹਨੂੰ ਜਿਹੜਾ ਸੀ ਇਸਨੇ ਤਖਤ ਛੱਡਤਾ ਅਤੇ ਐਲਬਾ ਦੇ ਟਾਪੂ 'ਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ 'ਚ ਲੂਈ 18ਵਾਂ ਜਿਹੜਾ ਸੀ ਇਹ ਰਾਜਾ ਬਣਿਆ। ਨੈਪੋਲੀਅਨ ਦੇ 100 ਦਿਨ। ਹੁਣ ਲੂਈ 18ਵਾਂ ਫਰਾਂਸ 'ਚ ਲੋਕਪ੍ਰਿਯ ਨਾ ਹੋ ਸਕਿਆ ਕਿਉਂਕਿ ਉੱਥੇ ਨੈਪੋਲੀਅਨ ਬਹੁਤ ਲੋਕਪ੍ਰਿਯ ਸੀ, ਫੇਮਸ ਸੀ। ਯੂਰਪ ਦੇ ਦੇਸ਼ਾਂ ਵਿੱਚ ਵੀ ਕਈ ਕਾਰਨਾਂ ਕਰਕੇ ਮਤਭੇਦ ਹੋ ਗਿਆ। ਇਸ ਅਵਸਰ ਦਾ ਲਾਭ ਉਠਾ ਕੇ ਨੈਪੋਲੀਅਨ ਐਲਬਾ ਤੋਂ ਦੌੜ ਕੇ ਫਰਾਂਸ ਆ ਗਿਆ ਅਤੇ ਕਾਫੀ ਸਾਰੇ ਉਹਦੇ ਪੁਰਾਣੇ ਜਿਹੜੇ ਸੈਨਿਕ ਸਰਦਾਰ ਸੀ ਉਹਦੇ ਨਾਲ ਮਿਲ ਗਏ ਅਤੇ ਲੂਈ 18ਵਾਂ ਦੌੜ ਗਿਆ ਉੱਥੋਂ। ਨੈਪੋਲੀਅਨ ਫਿਰ ਤੋਂ ਫਰਾਂਸ ਦਾ ਸਮਰਾਟ ਬਣ ਗਿਆ
ਅਤੇ ਉਹ ਕੇਵਲ 100 ਦਿਨ ਹੀ ਫਰਾਂਸ ਦੇ ਉੱਤੇ ਰਾਜ ਕਰ ਪਾਇਆ ਅਤੇ ਉਸਨੇ ਇਸ ਸ਼ਾਸਨ ਕਾਲ ਨੂੰ ਉਸਦੇ ਇਸ ਸ਼ਾਸਨ ਕਾਲ ਨੂੰ 100 ਦਿਨ ਦੇ ਸ਼ਾਸਨ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੈਪੋਲੀਅਨ ਨੇ ਦੁਬਾਰਾ ਸ਼ਕਤੀ ਧਾਰਨ ਕਰਨ ਦੀ ਖਬਰ ਸੁਣ ਕੇ ਮਿੱਤਰ ਦੇਸ਼ ਜਿਹੜੇ ਸੀ ਇੱਕਦਮ ਇਕੱਠੇ ਹੋ ਗਏ ਅਤੇ ਉਹਨਾਂ ਨੇ ਇੱਕ ਮੋਰਚਾ ਬਣਾ ਲਿਆ। ਇੰਗਲੈਂਡ ਨੇ, ਰੂਸ ਨੇ, ਬਰਤਾਨੀਆ ਨੇ, ਆਸਟਰੀਆ ਨੇ। ਨੈਪੋਲੀਅਨ ਉਹਨਾਂ ਨੂੰ ਇਕੱਲਾ ਇਕੱਲਾ ਹਰਾਉਣ ਲਈ ਜਿਹੜਾ ਸੀ ਸਕੀਮਸ ਬਣਾਉਣ ਲੱਗ ਗਿਆ ਅਤੇ 6 ਜੂਨ 1814 ਨੂੰ ਨੈਪੋਲੀਅਨ ਨੇ ਪਰਸ਼ੀਆ ਨੂੰ ਲਿਗਤੀ ਦੇ ਸਥਾਨ ਦੇ ਉੱਤੇ ਜਿਹੜਾ ਸੀ ਹਰਾਤਾ ਅਤੇ ਉਸਨੇ ਅੰਗਰੇਜ਼ੀ ਸੈਨਾਪਤੀ ਵਿਲਿੰਗਟਨ ਦੇ ਵਾਟਰਲੂ ਦੇ ਨੇੜੇ, ਠੀਕ ਹੈ, ਵਾਟਰਲੂ ਦੀ ਵਾਰ ਬਹੁਤ ਜ਼ਿਆਦਾ ਫੇਮਸ ਹੈ, ਤਾਂ ਉਸਨੇ ਅੰਗਰੇਜ਼ ਸੈਨਾਪਤੀ ਵਿਲਿੰਗਟਨ ਨੂੰ ਵਾਟਰਲੂ ਦੇ ਲਾਗੇ ਨੈਪੋਲੀਅਨ ਨਾਲ ਯੁੱਧ ਦੀ ਤਿਆਰੀ ਕੀਤੀ ਹੋਈ ਸੀ। 18 ਜੂਨ ਐਤਵਾਰ 1814 ਨੂੰ ਵਾਟਰਲੂ ਦੀ ਪ੍ਰਸਿੱਧ ਲੜਾਈ ਹੋਈ। ਤਾਂ ਹੁਣ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਵਾਟਰਲੂ ਦੀ ਲੜਾਈ ਬਾਰੇ ਦੱਸੋ ਕਿਹਦੇ ਵਿਚਕਾਰ ਹੋਈ। ਤਾਂ ਇਸ ਵਿੱਚ ਵਿਲਿੰਗਟਨ ਅਤੇ ਬਲੂਚਰ ਨੇ ਨੈਪੋਲੀਅਨ ਨੂੰ ਬੁਰੀ ਤਰ੍ਹਾਂ ਹਰਾਇਆ। ਨੈਪੋਲੀਅਨ ਨੂੰ ਕੈਦ ਕਰ ਲਿਆ ਗਿਆ ਅਤੇ ਫਿਰ ਦੁਬਾਰਾ ਉਸ ਨੂੰ ਫਰਾਂਸ ਦਾ ਤਖਤ ਦੂਜੀ ਵਾਰ ਛੱਡਣਾ ਪਿਆ ਅਤੇ ਲੂਈ 18ਵਾਂ ਨੂੰ ਦੁਬਾਰਾ ਫਰਾਂਸ ਦਾ ਸਮਰਾਟ ਬਣਾ ਦਿੱਤਾ ਗਿਆ। ਨੈਪੋਲੀਅਨ ਨੂੰ ਸੈਂਟ ਹੋਲਨਾ ਦੇ ਟਾਪੂ 'ਚ ਭੇਜ ਦਿੱਤਾ ਗਿਆ ਅਤੇ ਫਿਰ ਉਹਦੀ 1821 ਦੇ ਵਿੱਚ ਜਿਹੜੀ ਸੀਗੀ ਮੌਤ ਹੋ ਗਈ। ਤਾਂ ਅੱਗੇ ਆਪਾਂ ਕਰਾਂਗੇ ਨੈਕਸਟ ਕੁਐਸਚਨ ਦੇ ਵਿੱਚ ਸਿਵਲ ਵਰਕਸ ਐਂਡ ਕੋਡਸ ਆਫ ਨੈਪੋਲੀਅਨ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਨੈਕਸਟ ਵੀਡੀਓ 'ਚ ਕਰਾਂਗੇ। ਥੈਂਕ ਯੂ ਸੋ ਮਚ।